ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪੇਜ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਤੋਂ। ਆइए ਸਰਵਣ ਕਰੀਏ ਅੱਜ ਦਾ ਹੁਕਮਨਾਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਜਗਤ ਜਲੰਦਾ ਰਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੇ, ਤਿਤੇ ਲਿਓ ਬਾਰ। ਸਤਿਗੁਰ ਸੁਖ ਖਾਲਿਆ, ਸੱਚਾ ਸ਼ਬਦ ਵਿਚਾਰ। ਨਾਨਕ ਅਵਰ ਨਾ ਸੁਝਈ, ਹਰ ਬਿਨ ਬਖਸ਼ਣ ਹਾਰ। ਨਾਨਕ ਅਵਰ ਨਾ ਸੁਝਈ, ਹਰ ਬਿਨ ਬਖਸ਼ਣ ਹਾਰ। ਤੇਰੀ ਸੇਵਾ ਮੁਕਤ ਭੁਗਤ ਜੁਗਤ ਤੇਰੀ ਸੇਵਾ। ਜਿਸ ਤੋਂ ਆਪ ਕਰਾਈ, ਜਿਸ ਤੋਂ ਆਪ ਕਰਾਈ। ਗੁਰ ਸੇਵਾ ਤੇ ਸੁਖ ਪੁਜੈ, ਫਿਰ ਦੁਖ ਨਾ ਲੱਗੇ ਆਈ। ਜੰਮਣ ਮਰਣਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਈ। ਜੰਮਣ ਮਰਣਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦਾ ਸ਼ਲੋਕ ਦੇ ਰੂਪ ਵਿੱਚ ਆਪ ਜੀ ਦੇ ਸ਼ਬਦ ਰੂਪੀ ਜੋ ਆਪ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ 511 ਅੰਕ ਦੇ ਉੱਤੇ ਸੁਭਾਇਮਾਨ ਹੈ। ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ, ਜੀ ਸਤਿਗੁਰ ਸੇਵੇ ਆਪਣਾ, ਤਿਸ ਨੂੰ ਪੂਜੈ ਸਭ ਕੋਇ। ਪਹਿਲੀ ਪੰਕਤੀ ਚ ਆਪ ਜੀ ਨੇ ਬਖਸ਼ਿਸ਼ ਕੀਤੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ ਹੈ, ਚੇਤੇ ਕਰਦਾ ਹੈ। ਸੱਚ ਜਾਣਿਓ ਜੇ ਜਗਤ ਫਿਰ ਉਹਨਾਂ ਨੂੰ ਪੂਜਦਾ ਹੈ। ਉਹ ਅਕਾਲ ਪੁਰਖ ਨੂੰ ਪੂਜਦਾ ਹੈ, ਜਗਤ ਉਹਨੂੰ ਪੂਜਦਾ ਹੈ। ਕਿਉਂਕਿ ਉਹ ਇੱਕ ਵਿਚੋਲਾ ਬਣ ਜਾਂਦਾ ਹੈ। ਵਿਚੋਲਾ ਭਾਵ ਸੰਤ ਮਹਾਂਪੁਰਸ਼। ਆਪਾਂ ਕਈ ਵਾਰੀ ਆਪ ਜੀ ਨਾਲ ਸਾਂਝ ਕੀਤਾ ਕਿ ਧੰਤਾਂ ਦੇ ਯੋਗ ਹੋ ਤੁਸੀਂ, ਕਿ ਤੁਹਾਡੇ ਪਿੰਡ ਦੇ ਕੋਲ ਹੀ ਜਿਹੜੇ ਸੰਤ ਮਹਾਂਪੁਰਸ਼ਾਂ ਦਾ ਵਾਸ ਹੈ, ਉਹ ਇੱਕ ਸੰਤ ਮਹਾਂਪੁਰਸ਼ ਨਹੀਂ, ਇੱਥੇ ਬਹੁਤ ਹੀ ਸੰਤ ਮਹਾਂਪੁਰਸ਼ ਜੋ ਕਿ 40-50 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਉਹ ਪਰਉਪਕਾਰ ਕਰ ਰਹੇ ਨੇ। ਸੰਗਤਾਂ ਦੇ ਉੱਤੇ ਕਿਰਪਾ ਕਰਕੇ ਨਾਮ ਦੀ ਬਾਣੀ ਨਾਲ ਜੋੜ ਰਹੇ ਨੇ।
ਐਸੇ ਸੰਤ ਮਹਾਂਪੁਰਸ਼ ਦੀ ਧਰਤੀ ਦੇ ਉੱਤੇ ਆਪ ਜੀ ਦਾ ਨਿਵਾਸ ਹੋਣਾ ਬੜੀ ਵੱਡੇ ਭਾਗਾਂ ਦੀ ਗੱਲ ਹੈ। ਤੇ ਸਤਿਗੁਰ ਇੱਥੇ ਕਿਰਪਾ ਕਰਦੇ ਨੇ, ਜੀ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੈ ਸਭ ਕੋਇ, ਸਭਨਾ ਉਪਾਵਾ ਸਿਰ ਉਪਾਉ ਹੈ, ਹਰ ਨਾਮ ਪ੍ਰਾਪਤ ਹੋਏ। ਸਤਿਗੁਰ ਕਿਰਪਾ ਕਰਦੇ ਜਿਨ੍ਹਾਂ ਨੇ ਆਪਣੇ ਸਤਿਗੁਰ ਨੂੰ ਸੇਵਿਆ ਹੈ, ਅਰਾਧਿਆ ਹੈ, ਉਹਦਾ ਚਿੰਤਨ ਕੀਤਾ ਹੈ, ਉਹਨਾਂ ਨੂੰ ਸਭ ਕੋਈ ਪੁੱਛਦਾ ਹੈ। ਸਾਰਾ ਸੰਸਾਰ ਫਿਰ ਉਹਨਾਂ ਦੇ ਹੁਕਮ ਦੇ ਉੱਤੇ ਚੱਲਦਾ ਹੈ। ਜਿਵੇਂ ਸਤਿਗੁਰ ਜੀ ਦੀ ਆਸਾ ਜੀ ਦੀ ਵਾਰ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪ੍ਰਮਾਣ ਦੇ ਰੂਪ ਵਿੱਚ ਕਿਰਪਾ ਕਰਦੇ ਨੇ, ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਉਹਨਾਂ ਦੀ ਮਿਹਨਤ ਜਿਹੜੀ ਹੈ ਨਾ, ਉਹ ਥਾਏ ਪੈ ਜਾਂਦੀ ਹੈ ਜਿਨ੍ਹਾਂ ਨੇ ਉਹ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਤੇ ਹੋਰਨਾਂ ਨੂੰ ਵੀ ਜੋੜ ਕੇ ਸਤਿਗੁਰ ਦੇ ਲੜ ਲਾਇਆ। ਅਗਲੀ ਪੰਕਤੀ ਕਹਿੰਦੇ ਨੇ, ਉਹਨਾਂ ਦੀ ਜਿਹੜੀ ਮਿਹਨਤ ਥਾਏ ਪੈਂਦੀ ਹੈ ਨਾ, ਫਿਰ ਉਹਨਾਂ ਦਾ ਹੁੰਦਾ ਕੀ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਉਹ ਆਪ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ, ਪੂਜਦੇ ਨੇ, ਹੋਰਨਾਂ ਨੂੰ ਜੋੜਦੇ ਨੇ ਤੇ ਫਿਰ ਸੰਸਾਰ ਉਹਨਾਂ ਦੀ ਉਸਤਤ ਕਰਦਾ ਹੈ। ਜਿਵੇਂ ਇੱਕ ਪੰਕਤੀ ਆਂਦੀ ਹੈ, ਚੰਗੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਫਿਰ ਉਹਨਾਂ ਦੀ ਉਸਤਤੀ ਹੁੰਦੀ ਹੈ। ਸਤਿਗੁਰ ਇੱਥੇ ਕਿਰਪਾ ਕਰਦੇ ਨੇ, ਦੂਸਰਾ ਪ੍ਰਮਾਣ ਦਿੱਤਾ 451 ਅੰਗ ਦੇ ਉੱਤੇ, ਜਿਨੀ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਬਿਗਨ ਨਾ ਹੋਈ ਰਾਮ ਰਾਜੇ। ਫਿਰ ਉਹਨਾਂ ਦੇ ਕੋਲ ਕੋਈ ਕਸ਼ਟ, ਕੋਈ ਦੁੱਖ ਕੋਈ ਵੀ ਨਹੀਂ ਆਂਦਾ, ਜਿਨ੍ਹਾਂ ਨੇ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤੇ ਸਤਿਗੁਰ ਤੇ ਕਿਰਪਾ ਕਰਦੇ ਨੇ, ਜਿਨੀ ਸਤਿਗੁਰ ਪੁਰਖ ਮਨਾਇਆ, ਜਿਨੇ ਅਕਾਲ ਪੁਰਖ ਨੂੰ ਮਨਾ ਲਿਆ, ਭਾ ਗਏ, ਚੰਗੇ ਲੱਗ ਗਏ। ਤੇ ਕਹਿੰਦੇ ਨੇ, ਤਿੰਨ ਪੂਜੇ ਸਭ ਕੋਈ। ਫਿਰ ਸਾਰੇ ਉਹਨਾਂ ਨੂੰ, ਉਹਨਾਂ ਦੀ ਉਸਤਤੀ ਕਰਦੇ ਨੇ, ਉਹਨਾਂ ਦੀ ਪੂਜਾ ਕਰਦੇ ਨੇ। ਤਿੰਨ ਪੂਜੈ ਸਭ ਕੋਈ, ਜਿਨੇ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ। ਕਹਿੰਦੇ ਨੇ ਫਿਰ ਉਹਨਾਂ ਦੇ ਗ੍ਰਹਿ ਵਿਖੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਭਾਵ ਜਿਨ੍ਹਾਂ ਸਤਿਗੁਰ ਨਾਲ ਪ੍ਰੇਮ ਕੀਤਾ, ਉਹਦੀ ਬਾਣੀ ਨੂੰ ਸਰਧਾ ਭਾਵ ਨਾਲ ਪੜਿਆ, ਹਰ ਕੰਮ ਵਿੱਚ ਉਸ ਦੀ ਓਟ ਲਈ, ਮਾੜਾ ਹੋਵੇ, ਚੰਗਾ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਕੋਈ ਵੀ ਘਟਨਾ ਹੋਵੇ, ਉਹ ਉਹਦੇ ਵਿੱਚ ਵੀ ਉਹਦਾ ਨਾਮ ਓਟ ਆਸਰਾ ਲੈਂਦੇ ਨੇ। ਦਾਸ ਨੂੰ ਯਾਦ ਹੈ ਕਿ ਮਹਾਂਪੁਰਖਾਂ ਭਗਤ ਨੱਥਾ ਸਿੰਘ ਦੇ ਨਾਲ ਆਪਾਂ ਰਹਿੰਦੇ ਸਾਂ, ਤੇ ਉਹ ਜਿਸ ਲਈ ਵੀ ਬਚਨ ਕਰਦੇ ਸਨ ਨਾ, ਤੇ ਕਹਿੰਦੇ ਨੇ, ਨਾਨ ਵੀ ਜਾਓ ਨਾ ਤੇ ਗੁਰੂ ਦੀ ਅੱਗੇ ਅਰਦਾਸ ਕਰਕੇ ਜਾਇਓ ਜੀ। ਕਈਆਂ ਨੇ ਪੁੱਛਿਆ, ਬਾਬਾ ਜੀ ਇਹ ਨਾਨ ਜਾਓ ਤੇ ਉਸ ਅਰਦਾਸ ਕਰਕੇ ਜਾਓ? ਕਹਿੰਦੇ ਨੇ ਹਾਂ। ਕਿ ਉਹਨਾਂ ਨੇ ਆਪਣੀ ਹੱਡ ਬੀਤੀ ਬਤਾਈ ਕਿ ਕਿਸੇ ਦੇ ਘਰ ਗਏ ਸੀ ਅਸੀਂ। ਕਹਿੰਦੇ ਨੇ ਘਰ ਗਏ ਤੇ ਉਹਨੇ ਚਾਹ ਵਾਸਤੇ ਬੁਲਾਇਆ ਸੀ ਘਰ ਵਿੱਚ। ਹੁਣ ਜਿਸਲੇ ਘਰ ਗਏ ਤੇ ਉਹ ਅੱਗੇ ਹੀ ਇਸ਼ਨਾਨ ਕਰ ਰਹੇ ਸੀ। ਕਹਿੰਦੇ ਬਾਬਾ ਜੀ ਬੈਠੋ, ਮੈਂ ਹੁਣੇ 10 ਮਿੰਟ ਹੀ ਚਾਹਨੀ। ਕਹਿੰਦੇ ਨੇ 1 ਘੰਟਾ ਹੋ ਗਿਆ, 2 ਘੰਟੇ ਹੋ ਗਏ, ਕੋਈ ਆਈ ਨਾ।
चिंता भी लग पई। परिवार नूं कहा कि भाई बुला के लिया माता नूं। कहंदे ने अंदरों कोई आवाज ना आए ते फिर दरवाजा फाड़िया गया, तोड़िया गया। जिसले दरवाजा तोड़िया गया ना ते अगे वो माता दा जिहड़ा हथ सी ना वो कुंडी ते लग्गिया सी ते श्वास खत्म हो गए सन। कुंडी खोलन दा भी टाइम उहदे कोल नहीं सी। भाओ कहन भाओ ये दम जिहड़ा है ना किस लिए चला जाए कोई पता नहीं। ते जिहड़े महापुरुष हुंदे ने वो हर काम विच जिहड़े गुरसिख हुंदे ने वो जिहड़े भगत हुंदे ने संत हुंदे ने वो एक एक पल शरीर दी जिहड़ी क्रियावां हुंदियां ना ते ओदा नाम लैके जांदे ने। पहले बड़ा चाह सी, आपां भी जांदे सां, साडे नाल भी कई बारी घटनावां होईयां कि ट्रेन पकड़नी है, गुरु दी बाणी छोड़ के चले गए। अगे पता चलिया ट्रेन गई, अगे जाके गई तो अगे जंगलों च रुक गई 4-4 घंटे। ते वो प्रतख उन्हां दी याद आंदी सी कि आज मैं गुरुद्वारे मत्था टेक के नहीं गया, आज मैं अरदास करके नहीं गया। छोटी छोटी घटनावां दे उत्ते सतगुरु सानू सोझी बख्शदे ने कि गुरु दे दर ते आके गुरु दी पानी पढ़, गुरु तेरे सारे काज आप सवारेगा। कहन दा भाव कहंदे ने कि वो बीबी जिहड़ी माता जिहड़ी है कुंडी दे उत्ते हथ ते दरवाजे कोल एवें ही श्वास चले गए। ते कहंदे ने हर छोटे छोटे काम विच सतगुरु दी ओट लई। ते कहंदे जिन्ना नानक सतगुरु भेटिया तिना मिलिया हर सोई। फिर उन्हां जिन्हां ने सतगुरु किरपा करते ने उन्हां दी भेट हो जाती है ते फिर उन्हां दे गृह विच सुखां दा भंडार हो जाता है हर काम विच। हुण मनो अज ही प्रमाण ले लो, भाई साहब बैठे ने, बच्चा अज गया सिंगापुर तां अरदास कराई, फिर जिसले कागज वापस आ गए तां अरदास कराई, हुण जिसले पहुंच गया तां भी अरदास कराई कि सतगुरु जी तेरा शुक्र है। ये भावना गुरु दे दर ते आके ना गुरु दी संगत विच आके हुंदी है। ते इत्थे सतगुरु जी ने किरपा की, कहंदे ने सबना उपावा सिर उपाव है, हर नाम प्राप्त होए। नाम दी प्राप्ति सतगुरु दी किरपा नाल सतगुरु जी टुट जान, प्रसन्न हो जान, सतगुरु नूं खुश करन वास्ते सतगुरु दे चरणां च अरदास बेनती करन लई और अपने कल्याण यत्नां विच आप उपाव करदा है कि हे सतगुरु जी मैनू नाम दी प्राप्ति हो जाए। हुण नाम दी प्राप्ति जिहड़ी है ना किवें होएगी, इत्थे एक पुरातन एक साखी है, बड़े ध्यान नाल सुनना। कहंदे ने धन गुरु अर्जन देव जी महाराज दरबार साहब बैठे ने ते एक सिख आया, कहन लग पिया सतगुरु जी मनु सिक्खी दी दात दे दो। सतगुरु देखिया चेहरा मुस्कुरा पे, क्योंकि जानी जान सन। उन्हें पूछया सिक्खी तेनू नहीं देनी, ते कहन लग पिया हाथ जोड़ के सतगुरु तेरे दर ते जेड़ा आंदा है खाली जांदा नहीं है, मेरी खाली झोली सिक्खी दान भर दो। ते सतगुरु मुस्कुराए, कहंदे ने तेरी झोली खाली होए ते भरीए ना, तेरी झोली ते भरी पई है। ते कहंदे ने सतगुरु जी मेरी झोली केड़ी भरी है? कहंदे ने तू अपने घर विच सखी सवेरी दी ओ जिहड़ी कबरां लाईयां ने घर विच ओदी पूजदा है, ते जिहदे घर पहले ही भरे होण उत्थे की देंगे? कहंदे ने सुल्तान पीर दी कबर दा पुजारी सी, ते नां पुछया तेरा नां की है? कहंदा मेरा नां है तीरथा।
ਤੀਰਥਾ ਪਹਿਲੇ ਉਹਦਾ ਨਾਂ ਹੈ। ਫਿਰ ਕਹਿੰਦੇ ਨੇ ਕਿਹੜੇ ਪਿੰਡ ਰਹਿਣਾ, ਤੇ ਕਹਿੰਦੇ ਨੇ ਜਲੰਧਰ ਦੇ ਕੋਲ 3 ਕਿਲੋਮੀਟਰ ਦੂਰ ਦੇ ਕੋਲ ਮੈਂ ਉੱਥੇ ਰਹਿਣਾ ਵਾਂ। ਤੇ ਉਹਦੀ ਗੋਤ ਪੁੱਛੀ ਕਿਹੜੀ ਜਾਤ ਦਾ, ਤੇ ਕਹਿੰਦੇ ਨੇ ਮੈਂ ਮੰਝ ਜਾਤ ਦਾ ਵਾਂ। ਮੰਝ ਜਾਤ ਦੀ ਗੋਤ ਜਿਹੜੀ ਹੈ ਨਾ, ਅੱਜ ਵੀ ਜਲੰਧਰ ਵਿੱਚ ਹਜ਼ਾਰੋਂ ਘਰ ਮੰਝ ਗੋਤ ਦੇ ਨੇ। ਤੇ ਕਹਿੰਦੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੋਲ ਇਹ ਜਾਤ ਦਾ ਡੇਰਾ ਲੱਗਾ ਹੁੰਦਾ। ਤੇ ਜਿਸ ਲਈ ਕਹਿੰਦੇ ਨਾ ਕਿਸੇ ਨੂੰ ਕਹਿ ਦੋ ਕਿ ਤੇਰੇ ਘਰ ਹੀ ਚੰਨ, ਉਹਦੇ ਘਰ ਪਰ ਹੈ ਤਾਂ ਇੱਕ ਅਸਰਜ ਹੋ ਜਾਂਦਾ, ਵਿਸਮਾਦ ਹੋ ਜਾਂਦਾ। ਕਹਿੰਦਾ ਸਤਿਗੁਰ ਤੇ ਸਾਡੇ ਪੂਰੀ ਇੱਕ ਹਿਸਟਰੀ ਜਾਣਦੇ ਨੇ। ਤੇ ਇਤਿਹਾਸ ਵਿੱਚ ਲਿਖਿਆ ਭਾਈ ਤੀਰਥਾ ਮੰਝ ਪਿੰਡ ਦਾ ਹੁਸ਼ਿਆਰਪੁਰ ਦਾ 72 ਜ਼ਿਲ੍ਹਾ ਦਾ ਚੌਧਰੀ ਸੀ, ਤੇ ਸਖੀ ਸਵੇਰੀ ਕਬਰ ਦੀ ਪੂਜਾ ਕਰਦਾ ਸੀ। ਜਿਸ ਲਈ ਸਤਿਗੁਰੂ ਜੀ ਦੀ ਜਬੇ ਬਾਣ ਲੱਗਿਓ ਤਬੇ ਰੋਜ਼ ਜਾ ਕੇ ਬਾਣ ਲੱਗਾ, ਤੀਰ ਲੱਗਾ ਨਿਸ਼ਾਨੇ ਤੇ ਬੇਨਤੀ ਕਰਨ ਲੱਗ ਪਿਆ। ਅੰਜੂ ਵਗਦੇ ਪਏ ਨੇ ਤੇ ਪੈਰਾਂ ਹੀ ਡਿੱਗ ਪਿਆ, ਸਤਿਗੁਰੂ ਕਿਰਪਾ ਨਿਦਾਨ ਮਨ ਸਿੱਖੀ ਦੀ ਦਾਤ ਦੇ ਦੇ। ਤੇ ਕਹਿੰਦੇ ਨੇ ਫਿਰ ਸਿੱਖੀ ਦੀ ਦਾਤ ਲੈਣੀ ਹੈ ਨਾ, ਤੇ ਫਿਰ ਜਾ ਘਰ ਵਿੱਚ ਜਾ ਕੇ ਪਹਿਲੇ ਉਹ ਕਬਰਾਂ ਨੂੰ ਢਾ, ਖਾਲੀ ਭਾਂਡਾ ਹੋਏਗਾ ਤਾਂ ਹੀ ਉੱਤੇ ਦਿਆਂਗੇ ਨਾ। ਹੁਣ ਉਹ ਜਾ ਕੇ ਨਾ ਆਪਣੇ ਘਰ ਗਿਆ। 72 ਪਿੰਡਾਂ ਦਾ ਚੌਧਰੀ, ਸਾਰੇ ਰਿਸ਼ਤੇਦਾਰ ਕਹਿੰਦੇ ਨੇ ਇਹ ਕੰਮ ਨਾ ਕਰੀ, ਨਹੀਂ ਤੇ ਤੇਰੇ ਤੇ ਪੀਰ ਜਿਹੜਾ ਤੇਰੇ ਤੇ ਨਾਰਾਜ਼ ਹੋ ਜਾਏਗਾ। ਉਹਨਾਂ ਕੋਲ ਦੱਸਦੇ ਨੇ ਗਾਵਾਂ ਮੱਝਾਂ ਦੀ ਕੋਈ ਗਿਣਤੀ ਨਹੀਂ ਸੀ। ਉਸਨੇ ਕੁਝ ਵੀ ਨਹੀਂ ਸੁਣਿਆ, ਇੱਕੋ ਹੀ ਉਹਦੇ ਮਨ ਸੀ ਕਿ ਮੈਂ ਸਿੱਖੀ ਲੈਣੀ ਹੈ, ਸਿੱਖੀ ਲੈਣੀ ਹੈ। ਗੁਰਸਿੱਖਾਂ ਕੀ ਕਾਲ ਥਾਏ ਪਈ। ਉਸਨੇ ਜਾ ਕੇ ਆਪਣੇ ਘਰ ਜਾ ਕੇ ਮਜ਼ਦੂਰ ਬੁਲਾਏ, ਤੇ ਆਪ ਤੇ ਘਰ ਵਾਲੀ ਵੀ ਬੜੀ ਸਿਆਣੀ, ਸਭ ਨੇ ਮਿਲ ਕੇ ਕਬਰ ਨੂੰ ਤੋੜ ਤਾੜ ਕੇ ਸਭ ਬਾਹਰ ਕੱਢਿਆ। ਜਿਸ ਲਈ ਬਾਹਰ ਕੱਢਿਆ ਤੇ ਪਿੰਡ ਦੇ ਜਿਤਨੇ ਵੀ ਉੱਥੇ ਰਹਿੰਦੇ ਸਨ, ਉਹਨਾਂ ਨੇ ਜਾ ਕੇ ਕਿਹਾ, ਕਹਿੰਦੇ ਨੇ ਤੀਰਥਾ ਇਹ ਕੀ ਕੀਤਾ ਹੀ, ਤੇਰੇ ਤੇ ਹੁਣ ਪੀਰ ਬੜਾ ਨਾਰਾਜ਼ ਹੋਏਗਾ। ਸਭ ਤੋਂ ਪਹਿਲੇ ਉਹਨਾਂ ਨੇ ਉਹਦੇ ਉੱਤੇ ਇੱਕ ਕਸਾਵਟ ਕੀਤੀ। 72 ਪਿੰਡਾਂ ਦਾ ਚੌਧਰੀ ਨੂੰ ਉਹ ਪਿੰਡਾਂ ਦੀ ਚੌਧਰੀ ਤੋਂ ਬਾਹਰ ਕੱਢ ਦਿੱਤਾ। ਬਾਹਰ ਕੱਢ ਕੇ ਤੇ ਫਿਰ ਜਿਸ ਲਈ ਇੱਕ ਐਸਾ ਵਕਤ ਆਇਆ ਕਿ ਉਸ ਦੀ ਸਾਰੀਆਂ ਗਾਵਾਂ ਮੱਝਾਂ ਸਭ ਇੱਕ ਇੱਕ ਕਰਕੇ ਸਭ ਖਤਮ ਹੋ ਗਈਆਂ। ਹੁਣ ਆ ਗਿਆ ਰੋਡ ਤੇ, ਖਾਨ ਦੇ ਲਾਲੇ ਪੈ ਗਏ। ਕੋਈ ਉਹਦੇ ਵਿੱਚ ਸਾਰਿਆਂ ਨੇ ਮਤਾ ਪਕਾਇਆ ਸੀ ਕਿ ਇਸ ਨੂੰ ਕੋਈ ਭੋਜਨ ਨਹੀਂ ਦੇਣਾ, ਇਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ। ਇੱਕ ਲੜਕੀ ਸੀ ਉਹਦੀ। ਹੁਣ ਇੱਧਰ ਸਤਿਗੁਰ ਜਾਨੀ ਜਾਨ ਨੇ ਸਾਰੀਆਂ ਗਾਵਾਂ ਮੱਝਾਂ ਸਭ ਟੋਟਲ ਜਿਤਨਾ ਸੀ ਇੱਕ ਸੜਕ ਤੇ ਆ ਗਿਆ। ਤੇ ਸੜਕ ਤੇ ਆ ਕੇ ਘਰ ਵਾਲੀ ਕਹਿੰਦੀ ਏ 2 ਦਿਨ ਹੋ ਗਏ ਨੇ, ਰੋਟੀ ਨਹੀਂ ਬਣੀ, ਕਿਵੇਂ ਚੱਲੇਗਾ? ਕਹਿੰਦੇ ਕੋਈ ਗੱਲ ਨਹੀਂ, ਸਿੱਖੀ ਤੇ ਹੈ ਨਾ। ਉਸਨੇ ਕੀਤਾ ਕਿ ਇਤਿਹਾਸ ਦੀ ਗੱਲ ਹੈ, ਇਹ ਪੁਰਾਤਨ ਸਾਖੀ ਕਹਾਣੀਆਂ ਨਹੀਂ। ਕਹਿੰਦੇ ਨੇ ਜਿਸ ਲਈ ਉਸਨੇ ਇਹ ਬੇਨਤੀ ਕੀਤੀ ਪਤਨੀ ਨੇ, ਤੇ ਉਹਨੇ ਕਿਹਾ ਇੱਕ ਖੁਰਪੀ ਦਾ ਜੁਆਲ ਕਰ। ਇੱਕ ਖੁਰਪੀ ਲਿਆ ਤੇ ਸੜਕ ਦੇ ਕਿਨਾਰੇ ਜਿਹੜੀਆਂ ਘਾਹ ਹੁੰਦੀਆਂ ਨਾ, ਉਹਨਾਂ ਨੂੰ ਖੋਦ ਕੇ ਬਾਜ਼ਾਰ ਵਿੱਚ ਵੇਚਣਾ ਤੇ ਘਰ ਦਾ ਗੁਜ਼ਾਰਾ ਕਰਨਾ, ਰੋਟੀ। ਕਹਿੰਦੇ ਨੇ ਅੱਜ ਅਸੀਂ ਸਾਹ, ਪਹਿਲੇ ਤੇ ਅਸੀਂ ਗੁਲਾਮ ਦੀ ਜ਼ਿੰਦਗੀ ਜੀ ਰਹੇ ਸੀ, ਤੇ ਜਿਸ ਲਈ ਇਹ ਸਾਰੇ ਕੋਤਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇਖ ਰਹੇ ਨੇ, ਉਹਨਾਂ ਨੇ ਇੱਕ ਕਸਵੱਟੀ ਲਾਈ। ਨਾਲ ਇਹ ਵੀ ਕਿਹਾ ਸੀ ਕਿ ਕਬਰਾਂ ਤੋੜ ਕੇ ਜਬ ਤੱਕ ਮੈਂ ਤੈਨੂੰ ਬੁਲਾਵਾਂ ਨਾ ਆਵੀਂ ਨਾ। ਇੱਕ ਪਹਿਲੀ ਚਿੱਠੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇੱਕ ਸਿੱਖ ਦੇ ਹੱਥ ਮੰਝ ਦੇ ਘਰ ਭੇਜੀ।
ਹੁਣ ਪਿੰਡ 'ਚ ਸਿੱਖ ਪੁੱਛਦਾ ਪਿਆ ਤੇ ਇੱਥੇ ਮੰਝ ਪਿੰਡ 'ਚ ਤੀਰਥਾ ਰਹਿੰਦਾ ਤੇ ਜੀ ਮੰਝ ਕਰਕੇ ਨਾ ਤੇ ਸਤਿਗੁਰੂ ਜੀ ਨੇ ਮੰਝ ਕਿਹਾ ਤੇ ਉਹਦਾ ਨਾਂ ਹੀ ਤੀਰਥਾ ਤੋਂ ਮੰਝ ਪੈ ਗਿਆ। ਕਹਿੰਦੇ ਨੇ ਇੱਥੇ ਮੰਝ ਜੀ ਰਹਿੰਦੇ ਨੇ ਤੇ ਪਿੰਡ ਵਾਲੇ ਕੋਈ ਦੱਸੇ ਨਾ। ਜਿਸ ਲਈ ਪਹੁੰਚਿਆ ਘਰ ਪਹੁੰਚਿਆ ਤੇ ਕਹਿੰਦੇ ਨੇ ਸਤਿਗੁਰੂ ਜੀ ਨੇ ਭੇਜਿਆ। ਹੁਣ ਤੀਰਥੇ ਦੇ ਰੂਪ ਵਿੱਚ ਮੰਝ ਜੀ ਖੜੇ ਹੋ ਕੇ ਨਮਸਕਾਰ ਕਰਦੇ ਪਏ ਨੇ ਤੇ ਬੇਨਤੀ ਕਰਦੇ ਨੇ ਕੀ ਹੁਕਮ ਹੈ। ਤੇ ਸਿੱਖ ਨੇ ਕਿਹਾ ਹੁਕਮ ਹੈ ਕਿ ਇਹ ਚਿੱਠੀ ਦੇਂਦਾ, ਲੇਕਿਨ ਇਹ ਚਿੱਠੀ ਤਾਂ ਦੇਣੀ ਹੈ ਜਿਸ ਲਈ ਤੂੰ 21 ਰੁਪਏ ਭੇਟਾ ਦੇਗਾ। ਇਹ ਪਹਿਲੀ ਕਸਵੱਟੀ ਭਾਈ ਮੰਝ ਦੀ ਲੱਗੀ ਸੀ। ਹੁਣ ਇਤਿਹਾਸ ਤੇ ਬੜੀ ਕੁਝ ਲਿਖਿਆ, ਆਪਾਂ ਸੰਖੇਪ ਹੀ ਚੱਲਨੇ। ਕੋਈ ਨੇ ਲਿਖਿਆ ਉਸਨੇ ਆਪਣੀ ਲੜਕੀ ਵੇਚ ਦਿੱਤੀ ਸੀ, ਕੋਈ ਬਦਮਾਸ਼ ਉੱਥੇ ਘੁੰਮਦਾ ਸੀ ਉਹਦੇ ਹੱਥ। ਇਤਿਹਾਸਕਾਰਾਂ ਨੇ ਬਹੁਤ ਲਿਖਿਆ, ਲੇਕਿਨ ਜਿਹੜੀ ਦਰਬਾਰ ਸਾਹਿਬ ਦੀ ਹਦੀਸ ਲਿਖਿਆ ਹੈ ਕਿ ਆਪਣੀ ਸਾਹੂਕਾਰ ਉੱਥੇ ਇੱਕ ਰਹਿੰਦਾ ਸੀ, 1 ਰੁਪਏ 21 ਰੁਪਏ ਚ ਆਪਣੀ ਲੜਕੀ ਜਿਹੜੀ ਨਾ ਉੱਥੇ ਗਿਰਵੀ ਰੱਖ ਦਿੱਤੀ। ਇਹ ਪਹਿਲੀ ਕਸਵੱਟੀ ਭਾਈ ਮੰਝ ਦੀ। ਕਹਿੰਦੇ ਨੇ 21 ਰੁਪਏ ਦੇ ਕੇ ਤੇ ਗੁਰਸਿੱਖ ਨੂੰ ਕਿਹਾ ਕਿ ਇਹ ਚਿੱਠੀ ਮੰਦੇ ਤੇ ਉਹਦੇ ਵਿੱਚ ਲਿਖਿਆ ਸੀ ਭਾਈ ਮੰਝ ਸਿੱਖੀ ਪ੍ਰਾਪਤ ਕੀਤੀ ਆ, ਸਿੱਖੀ ਤੇ ਚੱਲਦਾ ਪਿਆ, ਤੈਨੂੰ ਅਸੀਂ ਛੇਤੀ ਬੁਲਾ ਲਾਂਗੇ। ਹੋਰ ਕੁਝ ਨਹੀਂ ਲਿਖਿਆ ਸੀ। ਦਿਨ ਬਤੀਤ ਹੋਏ, ਫਿਰ ਇੱਕ ਦਿਨ ਚਿੱਠੀ ਲੈ ਕੇ ਗੁਰਸਿੱਖ ਆਇਆ ਤੇ ਕਹਿਣ ਲੱਗ ਪਿਆ ਕਿ ਮੰਝ ਜੀ ਇਹ ਚਿੱਠੀ ਲੈ ਕੇ ਆਇਆ ਤੇ ਅੱਗੇ ਮੰਝ ਜੀ ਕਿਰੇ ਪਿੰਡ ਤੇ ਗਏ ਸੀ ਤੇ ਘਰ ਵਾਲੀ ਮਿਲੀ। ਉਹਨੇ ਪੁੱਛਿਆ ਚਿੱਠੀ ਦੇ ਦੋ, ਕਹਿੰਦੇ ਸਤਿਗੁਰੂ ਨੇ ਕਿਹਾ ਚਿੱਠੀ ਦੀ ਭੇਟਾ 21 ਰੁਪਏ ਲੈ ਕੇ ਤਾਂ ਦੇ। ਹੁਣ ਘਰ ਵਾਲੀ ਦੇਖ ਲੋ ਕਿਤਨੀ ਸਿਆਣੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੇ ਮੰਗੀ। ਹੁਣ ਮੰਝ ਜੀ ਨੇ ਜਿਸਲੇ ਘਰ ਵਾਲੀ ਨੂੰ ਪਤਾ ਲੱਗਾ, ਕਹਿੰਦੀ ਇਹ ਪੈਸੇ ਹੈ ਨਹੀਂ ਨੇ, ਹੋਏਗਾ ਕੀ। ਉਹ ਗਈ ਜਾ ਕੇ ਬਨੀਏ ਦੀ ਦੁਕਾਨ ਤੇ, ਬਨੀਏ ਦੇ ਘਰ। ਕਹਿੰਦੀ ਤੈਨੂੰ ਨੌਕਰਾਨੀ ਦੀ ਜ਼ਰੂਰਤ ਹੈ? ਤੇ ਕਹਿੰਦੀ ਹਾਂ ਮੈਨੂੰ ਨੌਕਰਾਨੀ ਦੀ ਜ਼ਰੂਰਤ ਹੈ। ਕਹਿੰਦੀ 1 ਮਹੀਨੇ ਦਾ ਐਡਵਾਂਸ ਦੇ ਦੇ ਤੇ ਮੈਂ ਤੇਰੇ ਕੋਲ 2 ਮਹੀਨੇ 1 ਮਹੀਨਾ ਸੇਵਾ ਵੀ ਕਰਾਂਗੀ। 1 ਮਹੀਨਾ ਜਿਹੜਾ ਐਡਵਾਂਸ ਦੇਂਗਾ ਉਹਦਾ ਵਿਆਜ ਸਮਝ ਕੇ ਮੈਂ ਤੇਰੇ ਕੋਲ ਸੇਵਾ ਕਰਨੀ ਹੈ। ਦੇਖੋ ਘਰ ਵਾਲੀ। ਉਧਰ ਮੰਝ ਜੀ ਆਏ ਨੇ ਘਰ ਤੇ ਘਰ ਵਾਲੀ 21 ਰੁਪਏ ਲੈ ਕੇ ਆਪਣੇ ਨੂੰ 2 ਮਹੀਨੇ ਵਾਸਤੇ ਗਿਰਵੀ, ਜਿਹੜੀ ਕਿ ਦਾਨ ਦਿੰਦੀ ਪਈ ਹੈ, ਜਿਹਦੇ ਘਰ ਭਰੇ ਪਏ ਨੇ, ਕੇਵਲ ਮੈਨੂੰ ਸਿੱਖੀ ਮਿਲ ਜਾਏ। ਉਹ ਸਿੱਖੀ ਪ੍ਰਾਪਤ ਕਰਨ ਵਾਸਤੇ ਉਸ ਨੇ ਭਾਈ ਮੰਝ ਜਿਸਲੇ ਸਿੱਖ ਨੂੰ ਦੇਖਿਆ ਤੇ ਘਰ ਵਾਲੀ ਨੇ 21 ਰੁਪਏ ਉਹਨੂੰ ਦੇ ਕੇ ਚਿੱਠੀ ਦੇਖੀ ਤੇ ਉਹਦੇ ਵਿੱਚ ਲਿਖਿਆ ਤੈਨੂੰ ਹੁਣ ਛੇਤੀ ਬੁਲਾ ਲਾਂਗੇ। ਬਸ ਇਤਨਾ ਹੀ ਲਿਖਿਆ ਸੀ। ਤੇ ਘਰ ਵਾਲੀ ਨੂੰ ਪੁੱਛਦਾ ਘਰ ਤੇ ਇੱਕ ਦਾਣਾ ਨਹੀਂ, ਇਹ ਪੈਸੇ ਕਿੱਥੋਂ ਆਏ? ਤੇ ਜਿਸ ਲਈ ਉਹਨੇ ਦੱਸਿਆ ਨਾ ਪੂਰੀ ਵਾਰਤਾ, ਤੇ ਧੰਨ ਧੰਨ ਇਹ ਸਿੱਖੀ। ਕਹਿੰਦੇ ਨੇ ਅਸੀਂ ਲੋਕ ਅਰਦਾਸ ਕਰਦੇ ਹਾਂ ਨਾ, ਜਿਨ੍ਹਾਂ ਬੀਬੀਆਂ ਨੇ ਦੇਖ ਕੇ ਅਣਡਿੱਠ ਕੀਤਾ, ਉਹ ਕਿਹੜੀ ਚੀਜ਼ ਦੇਖ ਕੇ ਅਣਡਿੱਠ ਕੀਤਾ? ਆਪਣੇ ਬੱਚਿਆਂ ਦੇ ਕਲੇਜੇ ਨੂੰ ਉਹਦੇ ਮੂੰਹ 'ਚ ਪਾਉਂਦੇ ਸੀ ਬੀਬੀਆਂ ਦੇ, ਲੇਕਿਨ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਅੱਜ ਅਰਬੋ ਗੁਰਦੁਆਰਿਆਂ ਵਿੱਚ ਅੱਜ ਅਰਦਾਸ ਹੁੰਦੀ ਹੈ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਸੇਵਾ, ਇਹ ਸਿੱਖੀ ਐਵੇਂ ਨਹੀਂ ਮਿਲਦੀ ਕਿ ਚਲੇ ਗਏ ਜੀ ਹਾਂਜੀ ਸਿੱਖੀ ਮਿਲ ਗਈ। ਕਹਿੰਦੇ ਨੇ ਫਿਰ ਇਤਿਹਾਸ ਵਿੱਚ ਲਿਖਿਆ ਤੀਸਰੀ ਵਾਰੀ ਧੰਨ ਗੁਰੂ ਅਰਜਨ ਦੇਵ ਜੀ ਵਾਹਿਗੁਰੂ 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 ਵਾਹਿਗੁਰੂ। ਕਹਿੰਦੇ ਨੇ ਤੀਸਰੀ ਵਾਰੀ ਭਾਈ ਮੰਝ ਜੀ ਨੂੰ ਅੰਮ੍ਰਿਤਸਰ ਤੋਂ ਆਪ ਜੀ ਨੇ ਉਹਨਾਂ ਨੂੰ ਬੁਲਾਇਆ ਤੇ ਬੁਲਾ ਕੇ ਤੇ ਆਪਣੇ ਕੋਲ ਬੁਲਾ ਕੇ ਤੇ ਕਰਦੇ ਕੀ ਨੇ? ਕਹਿੰਦੇ ਨੇ ਕਿ ਭਾਈ ਮੰਝ
ਨੂੰ ਕੋਈ ਸੇਵਾ ਦੇ। ਤੇ ਭਾਈ ਮੰਝ ਜੀ ਜਿਹੜੇ ਨਾ ਗੁਰਸਿੱਖਾਂ ਨੇ ਉਹਨਾਂ ਨੂੰ ਸੇਵਾ ਦਿੱਤੀ ਲੱਕੜੀਆਂ ਲਿਆਉਣ ਦੀ, ਲੰਗਰ ਘਰ ਦੀ। ਜੰਗਲ ਵਿੱਚ ਜਾਂਦੇ ਸਨ, ਲੱਕੜੀਆਂ ਲਿਆ ਕੇ ਲੰਗਰ ਵਾਲੀ ਪਹੁੰਚਾਣੀਆਂ ਤੇ ਘਰ ਵਾਲੀ ਵੀ ਨਾਲ ਹੀ, ਦੋਨੋਂ ਜਣੇ ਸੇਵਾ ਕਰਦੇ ਪਏ ਨੇ। ਲੜਕੀ ਗਿਰ ਵਿੱਚ ਪਈ ਹੋਈ ਹੈ। ਇਹ ਸਤਿਗੁਰੂ ਜੀ ਦੇ ਅਜੇ ਪੁਰਾਤਨ ਸਾਖੀ ਚ ਇਹੀ ਦਰਜ ਸੀ। ਦੋਨੋਂ ਬੜੀ ਸੇਵਾ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਕਸਵੱਟੀ ਹੋਰ ਲਗਾ ਦਿੱਤੀ। ਕਹਿੰਦੇ ਨੇ ਮੰਝ ਕੀ ਕਰਦਾ? ਕਹਿੰਦੇ ਲੱਕੜੀਆਂ ਲਿਆਣਾ ਲੰਗਰ ਹਾਲ ਚ, ਲੰਗਰ ਵਾਸਤੇ। ਕਹਿੰਦੇ ਲੰਗਰ ਕਿੱਥੋਂ ਛਕਣਾ? ਕਹਿੰਦੇ ਮੈਂ ਗੁਰਦੁਆਰੋਂ ਛਕਣਾ। ਤੇ ਕਹਿੰਦੇ ਨੇ ਫਿਰ ਤੇ ਮਜ਼ਦੂਰੀ ਹੋ ਗਈ, ਇਹ ਸੇਵਾ ਤੇ ਨਾ ਹੋਈ। ਇੱਕ ਹੋਰ ਚੋਟ ਪਈ। ਹੁਣ ਕੀ ਕਰਦੇ ਪਏ ਨੇ? ਜਾਂਦੇ ਨੇ ਦੋ ਭਾਰ ਲੈ ਕੇ ਆਉਂਦੇ ਨੇ, ਇੱਕ ਘਰ ਵਾਲੀ ਤੇ ਇੱਕ ਆਪ। ਦੋਨੋਂ ਭਾਰ ਲਿਆ ਕੇ ਇੱਕ ਵੇਚਦੇ ਨੇ, ਉਹਦੇ ਨਾਲ ਗੁਜ਼ਾਰਾ ਕਰਦੇ ਨੇ। ਇੱਕ ਜਿਹੜੇ ਨਾ ਉਹਦੇ ਨਾਲ ਸਤਿਗੁਰੂ ਦੀ ਲੰਗਰ ਵਿੱਚ ਪੈਂਦੇ ਆ। ਅਸੀਂ ਤੇ ਲੰਗਰ ਦੇ ਵਿੱਚ ਸੇਵਾ ਤੇ ਛੱਡੋ। ਵਾਹਿਗੁਰੂ ਭਲਾ ਕਰੇ, ਭਲਾ ਕਰੇ ਕਿ ਘਰ ਵੀ ਲੱਦ ਕੇ ਲੈ ਜਾਣਾ, ਕਿਉਂਕਿ ਉਹ ਤੇ ਗਰੀਬਾਂ ਦਾ ਸੀ। ਤੂੰ ਤੇ ਸਮਰਥ ਹੈ, किनका लगा मुंह, क्योंकि लंगर छकना है। लेकिन किए अगर लंगर लेना तो पहले पैक करके ले जाना, 2 दिन काम आएगा। एक भाई मान जी ने फिर जिसले एक कसवटी लाई ना ते दसदे ने इतिहास विच, जिसले आप जी दी इतनी सेवा घालना चलती पी है। आप जंगल विच गए लकड़ा लैन वास्ते, कुदरती अनेरी इतनी भयानक चली कि आप जी दे अखां दे उत्ते अंधेरी करके आप जी नूं दिखाई देना बंद हो गया। कहते ने कि धन गुरु अर्जन देव जी महाराज अमृतसर तो 3 किलोमीटर दूर दे विच सतगुरु जी ने उत्थे आप जी ने एक खूह सी जिहदे विच गोडे गोडे पानी भरिया सी। आपां संक्षेप विच लईए क्योंकि टाइम भी हो रहा। कहते ने गोडे गोडे पानी सी ते वो पानी विच उन्हां नूं दिखाई नहीं दिता ते आप डिग पे। ते जिसले ओदे अंदरों डिगे ना ते सतगुरु जी दे अगे अरदास करदे पे ने कि सतगुरु जी ये आप जी दियां लकड़ां जिहड़ियां ना ये गिलियां ना हो जान, ऐस करके उत्थे अरदास करके खूह डिग के लकड़ां सिर ते रखियां ने ते आप जी उत्थे डिग पे। इधर सतगुरु गुरु अर्जन देव जी महाराज आपां होर संक्षेप विच कर दईए कि जिसले सतगुरां नूं पता चलिया कि भाई मंझ जी मेरा कोई गुरसिख एक खूह च डिग पिया ते उन्हां ने क्या कहंदे ने कि मंजी साहब विच उस टाइम ते इतिहास विच लिखिया कथा कर रहे सन। मंजी साहब तो उठ के मंजे ते उठे, मंजी साहब तो नीचे उतर के सिखां नूं क्या लज लैके आओ, लज पाओ रस्सी। पहले अपना पंजाब विच लज बोलते ने रस्सी नूं, कहते ने लज लैके आओ ते नंगी पैरी आप ओ खूह कोल जा रहे ने ते पिछे सिख जिहड़े ने ओ पिछों घोड़ी लैके ओ पिछे पिछे आ रहे ने, संगतां आ रही ने नंगी पैरी उत्थे पहुंच के खूह च कहंदे तू कौन है? ते अंदरों दी आवाज आई मैं गुरु दा सिख हां। ते उन्होंने फिर धन गुरु अर्जन देव जी महाराज जी ने लज लटकाई। इत्थे इतिहासकार ने एक बड़ी प्यारी पंक्ति भी लिखी, कहंदे ने जिवें हाथी सी नाहन गुण, गुरु तेग बहादुर साहब दी बाणी, नाहन गुण नाहन कछ विद्या धर्म कौन गज कीना। गज माने हाथी। ओ हाथी ने केड़ा स्कूल विच पढ़िया सी, केड़े दे कोल गुण सी? नाहन गुण नाहन कछ विद्या, कौन केड़ा केड़ी जुक्ति कीती सी? ते कहंदे ने अभेदान उस मालक ने धन गुरु तेग बहादुर महाराज कृपा करदे ने, नाहन गुण नाहन कछ विद्या कौन कर्म कीना। नानक बिरद राम का देखो अभेदान तय दीना। कहंदे ने फिर चक्र दे रूप विच आके
ਉਸ ਦੀ ਰੱਖਿਆ ਕੀਤੀ ਸੀ ਹਾਥੀ ਦੀ, ਤੇਂਦੂਏ ਦਾ ਸਿਰ ਕੱਟ ਕੇ ਤੇ ਉਹਨੂੰ ਲਾਜ ਬਚਾਈ ਸੀ। ਕਹਿੰਦੇ ਨੇ ਐਵੇਂ ਹੀ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ। ਕਹਿੰਦੇ ਨੇ ਐਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਿੱਖ ਨੂੰ ਬਚਾਉਣ ਵਾਸਤੇ ਉੱਥੇ ਨੰਗੀ ਪੈਰੀ ਆ ਗਏ ਤੇ ਕਹਿੰਦੇ ਨੇ ਬਾਹਰ ਨਿਕਲ ਆਓ ਰੱਸੀ ਫੜ ਕੇ। ਕਹਿੰਦੇ ਨੇ ਸਤਿਗੁਰੂ ਜੀ ਮੈਂ ਬਾਹਰ ਤਾਂ ਆਵਾਂਗਾ ਜਿਸਲੇ ਗੁਰੂ ਘਰ ਦੀਆਂ ਲੱਕੜਾਂ ਉੱਪਰ ਆਣਗੀਆਂ, ਕਿਤੇ ਗਿੱਲੀ ਨਾ ਹੋ ਜਾਣ। ਜਿਸਲੇ ਲੱਕੜਾਂ ਆ ਗਈਆਂ ਸਤਿਗੁਰੂ ਜੀ ਨੇ ਉਸ ਨੂੰ ਬਾਹਰ ਕੱਢਿਆ। ਬਾਹਰ ਕੱਢਣ ਦੇ ਬਾਅਦ ਆਪ ਜੀ ਨੇ ਉਸ ਨੂੰ ਗਲ ਵਕੜੀ ਲੈਣ ਲੱਗੀ। ਗਲ ਵਕੜੀ ਲੈ ਕੇ ਤੇ ਆਪ ਜੀ ਨੇ ਉਹਨੂੰ ਵਰ ਵੀ ਦਿੱਤਾ। ਕਿਹੜਾ ਵਰ ਦਿੱਤਾ? ਮੰਝ ਪਿਆਰਾ ਗੁਰੂ ਕੋ, ਮੰਝ ਪਿਆਰਾ ਗੁਰੂ ਕੋ। ਮੰਝ ਪਿਆਰਾ ਗੁਰੂ ਕੋ, ਮੰਝ ਪਿਆਰਾ ਗੁਰੂ ਕੋ। ਗੁਰ ਮੰਝ ਪਿਆਰਾ, ਗੁਰ ਮੰਝ ਪਿਆਰਾ, ਗੁਰ ਮੰਝ ਪਿਆਰਾ, ਗੁਰ ਮੰਝ ਪਿਆਰਾ। ਮੰਝ ਗੁਰੂ ਕਾ बोए था, ਮੰਝ ਗੁਰੂ ਕਾ बोए था। बोए था कहते ने जहाज ਨੂੰ, ਕਹਿੰਦੇ ਨੇ ਮੰਝ ਗੁਰੂ ਕਾ बोए था, ਜਗ ਲੰਘਣਾਰਾ। ਇਹਨੇ ਵਰ ਦਿੱਤੇ ਤੇ ਸਤਿਗੁਰੂ ਜੀ ਔਰ ਆਪਾਂ ਸੰਖੇਪ ਵਿੱਚ ਗੱਲ ਕਰੀਏ। ਸਤਿਗੁਰੂ ਜੀ ਨੇ ਕਿਹਾ ਮੰਝ ਕੁਝ ਮੰਗ, ਤੈਨੂੰ ਅਸੀਂ ਵਰ ਦਿੰਨੇ ਆ। ਤੇ ਮੰਝ ਪਤਾ ਕੀ ਕਹਿੰਦਾ? ਕਹਿੰਦੇ ਨੇ ਹੇ ਸਤਿਗੁਰੂ ਜੀ ਅਗਰ ਤੁਸੀਂ ਟੁੱਟੇ ਹੋ ਨਾ, ਅਗਰ ਤੁਸੀਂ ਮੇਰੇ ਤੇ ਪਿਆਰ ਕਰਦੇ ਪਿਓ ਤੇ ਮੇਰੀ ਇੱਕ ਇੱਛਾ ਪੂਰੀ ਕਰ ਦੋ। ਕਹਿੰਦੇ ਨੇ ਸਤਿਗੁਰੂ ਨੇ ਪੁੱਛਿਆ ਕਿਹੜੀ ਇੱਛਾ? ਕਹਿੰਦੇ ਨੇ ਕਿਸੇ ਇਹ ਜਿਹੜੀ ਮੇਰੇ ਤੇ ਕਸਵੱਟੀ ਲਾਈ ਹੈ ਨਾ, ਪ੍ਰੀਖਿਆ ਲਈਏ, ਇਹ ਕਿਸੇ ਹੋਰਨਾਂ ਦੇ ਉੱਤੇ ਨਾ ਲੈ ਜੀ, ਮੈਨੂੰ ਇਹੀ ਚਾਹੀਦਾ। ਸਤਿਗੁਰੂ ਜੀ ਬੜੇ ਖੁਸ਼ ਹੋਏ। ਕਹਿੰਦੇ ਨੇ ਤੈਨੂੰ ਬਚਨ ਦਿੱਤਾ, ਅੱਜ ਤੋਂ ਬਾਅਦ ਐਸੀ ਕਸਵੱਟੀ ਕੜੀ ਅਸੀਂ ਨਹੀਂ ਲਾਂਗੇ। ਇੱਧਰ ਗੱਲਾਂ ਹੁੰਦੀਆਂ ਪਈਆਂ ਨੇ, ਉਧਰ ਗੁਰੂ ਕੇ ਸਿੱਖ ਉਹਦੀ ਬੱਚੀ ਨੂੰ ਨਾਲ ਲੈ ਕੇ ਉੱਥੇ ਪਹੁੰਚੇ। ਸਾਰੇ ਦੇ ਸਾਰੇ ਉਹਦੇ ਦੁੱਖ ਦੂਰ ਕੀਤੇ ਤੇ ਸਤਿਗੁਰਾਂ ਨੇ ਕਿਹਾ ਭਾਈ ਕੁਝ ਤੇ ਮੰਗ ਲੈ। ਕਹਿੰਦੇ ਮੇਰੀ ਕੋਈ ਇੱਛਾ ਨਹੀਂ। ਤੇ ਸਤਿਗੁਰੂ ਜੀ ਨੇ ਇਤਿਹਾਸ ਵਿੱਚ ਲਿਖਿਆ 18 ਸਿੱਧੀਆਂ 9 ਨਿਧੀਆਂ ਤੇ ਜਿਤਨੇ ਵੀ ਦਾਨ ਨੇ ਨਾ ਉਹ ਆਪ ਜੀ ਨੇ ਦਿੱਤੇ। ਤੇ ਇੱਕ ਬਚਨ ਕਿਹਾ ਸੀ, ਉਹ ਧਿਆਨ ਨਾਲ ਸੁਣਨਾ। ਕਹਿੰਦੇ ਨੇ ਭਾਈ ਮੰਝ ਆਪ ਜੀ ਨੇ ਕਦੀ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਪਜੀ ਸਾਹਿਬ ਦੇ ਪਾਠ ਨੂੰ ਨਹੀਂ ਛੱਡਣਾ। ਇਹ ਸਿੱਖੀ ਤੁਹਾਨੂੰ ਦਿੰਦੇ ਆ, ਜਪਜੀ ਸਾਹਿਬ ਦਾ ਪਾਠ ਕਰਨਾ। ਜਿਵੇਂ ਇਤਿਹਾਸ ਵਿੱਚ ਲਿਖਿਆ ਸਿੱਖ ਗੁਰੂ ਕਾ ਹੋਏ ਗਇਓ ਜਪਜੀ ਕੰਠ ਨ ਕੀਨ। ਜਿਹਨੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਕਹਿੰਦੇ ਨੇ ਉਹਨੂੰ ਉਵੇਂ ਮੰਨਿਓ ਜੇ ਤੰਦੁਲ ਬਿਨ। ਤੰਦੁਲ ਕਹਿੰਦੇ ਨੇ ਚਾਵਲ ਦੀ ਜਿਹੜੀ ਤੁਕ ਹੁੰਦੀ ਹੈ ਨਾ, ਇੱਕ ਉਹਦੇ ਇੱਕ ਖਾਲੀ ਹੁੰਦੀ ਹੈ ਤੇ ਇੱਕ ਭਰੀ ਹੁੰਦੀ ਜਿਹਦੇ ਚਾਵਲ ਹੁੰਦੇ। ਕਹਿੰਦੇ ਨੇ ਤੂੰ ਖਾਲੀ ਵਾਲਾ ਜਿਹੜਾ ਕਹਿੰਦੇ ਉਹਨੂੰ ਕਹਿੰਦੇ ਤੰਦੁਲ। ਕਹਿੰਦੇ ਨੇ ਤੂੰ ਚਾਵਲ ਦੀ ਕੁੱਖ ਹੋਕੇ ਉਹਨੇ ਜਿਹੜੀ ਖਾਲੀ ਵਾਲੀ ਹੈ। ਤੰਦੁਲ ਬਿਨ ਤੁਖ ਕਾਮ ਕਹਿ ਤੇਸੋ ਸਿੱਕੋ ਚੀਨ। ਕਹਿੰਦੇ ਨੇ ਜਿਵੇਂ ਚਾਵਲ ਦੀ ਭੂਸੀ ਖਾਲੀ ਹੁੰਦੀ ਨਾ, ਐਵੇਂ ਸਮਝੀ ਤੇਰਾ ਜੀਵਨ ਵਿਅਰਥ ਹੈ। ਤੇ ਸਤਿਗੁਰੂ ਜੀ ਨੇ ਇੱਥੇ ਕਿਰਪਾ ਕੀਤੀ। ਕਹਿੰਦੇ ਨੇ ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ, ਜਿਨ ਸਤਿਗੁਰ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਭਾਈ ਮੰਝ ਨੂੰ ਜਾਜ ਬਣਾ ਦਿੱਤਾ ਗੁਰਸਿੱਖਾਂ ਦੇ, ਉਹਨਾਂ ਦਾ ਨਾਮ ਜਪਣ ਦਾ ਉਹਨਾਂ ਨੂੰ ਮੰਜੀ ਦਿੱਤੀ। ਅੱਜ ਵੀ ਜਿਹੜਾ ਨਾ ਜਿਸ ਖੂਹ ਚੋਂ ਡਿੱਗੇ ਸਨ ਅੰਮ੍ਰਿਤਸਰ ਤੋਂ
3 ਕਿਲੋਮੀਟਰ ਤੇ ਭਾਈ ਮੰਝ ਜੀ ਦਾ ਅੱਜ ਖੂਹ ਜਿਹੜਾ ਹੈ ਨਾ ਉੱਥੇ ਗੁਰਦੁਆਰਾ ਉਹ ਸਿੱਖਾਂ ਦਾ ਇੱਕ ਸਿੱਖ ਦਾ ਜਿਸ ਨੇ ਸੇਵਾ ਕੀਤੀ ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਜਿਨੀ ਸਤਿਗੁਰ ਪੁਰਖ ਮਨਾਇਆ ਜਿਸ ਨੇ ਆਪਣੇ ਗੁਰੂ ਨੂੰ ਮਨਾ ਲਿਆ ਤੇ ਕਹਿੰਦੇ ਨੇ ਤਿਨ ਪੂਜੈ ਸਭ ਕੋਈ। ਇਹ ਪ੍ਰਮਾਣ ਦਿੱਤਾ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਸਿੱਖੀ ਦੀ ਕਾਲਨਾ ਵਿੱਚ ਖਰੇ ਉਤਰੇ ਨੇ ਤੇ ਸ਼ਲੋਕ ਮਹਲਾ ਤੀਜਾ ਗੁਰੂ ਅਮਰਦਾਸ ਜੀ ਮਹਾਰਾਜ ਸ਼ਬਦ ਕਰਦੇ ਨੇ ਜੀ ਸਤਿਗੁਰ ਸੇਵੇ ਆਪਣਾ ਤਿਸਨੂੰ ਪੂਜੈ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ। ਜਿਤਨੇ ਵੀ ਅਸੀਂ ਉਪਾਅ ਕਰਦੇ ਹਾਂ ਨਾ ਉਹਦਾ ਕੀ ਹੈ ਇੱਕੋ ਹੀ ਮਕਸਦ ਹੈ ਨਾਮ ਪ੍ਰਾਪਤ ਹੋਏ ਨਾਮ ਦੀ ਦਾਤ ਮਿਲ ਜਾਏ। ਗੁਰੂ ਪਿਆਰਿਓ ਪਤਾ ਨਹੀਂ ਕੱਲ ਵੀ ਇਸੇ ਤਰ੍ਹਾਂ ਅਜੇ ਸ਼ਬਦ ਦੀ ਇੱਕੋ ਪੰਕਤੀ ਹੋਈ ਹੈ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਆਪ ਜੀ ਨੇ ਬੜੇ ਧਿਆਨ ਨਾਲ ਬੜੇ ਸ਼ਰਧਾਵਾਨ ਨਾਲ ਗੁਰੂ ਦੀ ਬਾਣੀ ਸੁਣਨ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਨੂੰ ਸਤ ਸੰਗਤ ਦੀ ਦਾਤ ਬਖਸ਼ਣ ਪਰਿਵਾਰ ਵਿੱਚ ਖੁਸ਼ੀਆਂ ਗੇੜੇ ਵਪਾਰ ਵਿੱਚ ਕਾਰੋਬਾਰਾਂ ਵਿੱਚ ਬਰਕਤਾਂ ਪਾਉਣ ਕਿਉਂਕਿ ਜਿਹੜਾ ਤੁਸੀਂ ਟਾਈਮ ਗੁਰੂ ਘਰ ਨੂੰ ਦਿੰਦੇ ਹੋ ਨਾ ਤੇ ਗੁਰੂ ਵੀ ਜਿਹੜਾ ਨਾ ਉਹ ਤੁਹਾਡੀ ਕਾਰੋਬਾਰਾਂ ਨੂੰ आप देखता है क्योंकि जिसका कारज तिन ही किया मानस क्या बेचारा राम इतनी सेवा प्रवान भुला चुका खिमा। वाहिगुरु जी का खालसा वाहिगुरु जी की फतेह। ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤਿ ਚੈਨਲ ਦੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਰ ਆਪ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।